ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਸ਼ਰਦ ਪਵਾਰ ਅਤੇ ਭਾਰਤ ਦੀ ਸਿਆਸਤ ਬਾਰੇ ਤੇ ਇਸ ਦੇ ਨਾਲ ਹੀ ਦਿੱਲੀ ਜੰਤਰ ਮੰਤਰ ਤੇ ਖਿਡਾਰੀਆਂ ਦੀ ਵੱਧ ਰਹੀ ਹਮਾਇਤ ਬਾਰੇ। ਦੋਸਤੋ ਜਿਵੇਂ ਕਿ ਭਾਰਤ ਦੀ ਸਿਆਸਤ ਵਿੱਚ ਭੀਸ਼ਮ ਪਿਤਾਮਾ ਵਜੋਂ ਜਾਣੇ ਜਾਂਦੇ ਜਾਂ ਇੱਕ ਸਿਆਸਤ ਦੇ ਵਿੱਚ ਚਣੱਕੇ ਵਜੋਂ ਜਾਣੇ ਜਾਂਦੇ ਸੀਨੀਅਰ ਸਿਆਸੀ ਆਗੂ ਸ਼ਰਦ ਪਵਾਰ ਵੱਲੋਂ ਲੰਘੇ ਦਿਨ NCP ਤੋਂ ਜਿਹੜਾ ਹੈਗਾ ਛੱਡਣ ਦਾ ਐਲਾਨ ਕੀਤਾ ਹੈ। ਉਹਨਾਂ ਕਿਹਾ ਵੀ ਕਿ ਉਹ NCP ਛੱਡ ਰਹੇ ਨੇ, ਭਾਵੇਂ ਕਿ ਹਲੇ ਤੱਕ ਉਹਨਾਂ ਦਾ ਜਿਹੜਾ ਅਸਤੀਫਾ ਹੈ ਜਾਂ ਉਹਨਾਂ ਦੇ ਛੱਡਣ ਦੀ ਜਿਹੜੀ ਪ੍ਰਵਾਨਗੀ ਆ ਉਹ ਨਹੀਂ ਹਾਲੇ ਤੱਕ ਦਿੱਤੀ ਗਈ। ਤੇ ਉਹਨਾਂ ਕਿਹਾ ਕਿ ਉਹ ਇਸ ਬਾਰੇ ਮੁੜ ਵਿਚਾਰ ਕਰਨ। ਪਾਰਟੀ ਆਗੂਆਂ ਵੱਲੋਂ ਵੀ ਇਹੀ ਗੱਲ ਕਹੀ ਜਾ ਰਹੀ ਹੈ ਕਿ ਉਹ ਪਾਰਟੀ ਨਾ ਛੱਡਣ, ਉਹਨਾਂ 'ਚ ਨਮੋਸ਼ੀ ਦੇਖੀ ਜਾ ਰਹੀ ਹੈ। ਤੇ ਉਹਨਾਂ ਕਿਹਾ ਵੀ ਕਿ ਉਹ ਭਾਵੇਂ ਘੱਟ ਜਿਹੜਾ ਹੈਗਾ ਐਕਟਿਵ ਮੋਡ 'ਚ ਕੰਮ ਕਰਨ, ਪਰ ਉਹ ਪਾਰਟੀ ਦੀ ਅਗਵਾਈ ਕਰਦੇ ਹੋਏ ਜਿਹੜਾ ਹੈਗਾ ਪਾਰਟੀ ਲਈ ਕੰਮਕਾਰ ਦੇਖਦੇ ਰਹਿਣ, ਕੰਮ ਕਰਦੇ ਰਹਿਣ। ਇਸ ਤਰ੍ਹਾਂ ਦੀ ਗੱਲ ਪਾਰਟੀ ਵਰਕਰਾਂ ਵੱਲੋਂ ਕੀਤੀ ਹੈ। ਪਰ ਉਹਨਾਂ ਦਾ ਜਿਹੜਾ ਇਸ ਸਮੇਂ ਜੋ ਸਿਹਤ ਦੇ ਹਾਲਾਤ ਨੂੰ ਦੇਖਦੇ ਹੋਏ ਉਹ ਕਿਤੇ ਨਾ ਕਿਤੇ ਰਾਜਨੀਤੀ ਤੋਂ ਪਾਸਾ ਕਰਨ ਦੀ ਤਿਆਰੀ ਕਰ ਰਹੇ ਨੇ, ਕਿਉਂਕਿ ਉਹਨਾਂ ਦੀ ਸਿਹਤ ਜਿਹੜੀ ਹੈਗੀ ਪਿਛਲੇ ਕੁਝ ਸਮੇਂ ਤੋਂ ਠੀਕ ਨਹੀਂ ਰਹਿ ਰਹੀ, ਜਿਸ ਕਰਕੇ ਉਹ ਰਾਜਨੀਤੀ ਤੋਂ ਕਹਿ ਲਓ ਜਾਂ NCP ਤੋਂ ਸਾਈਡ 'ਤੇ ਹੋ ਕੇ ਥੋੜ੍ਹਾ ਜਿਹਾ ਰੈਸਟ ਮੋਡ 'ਚ ਜਾਣ ਦੀ ਤਿਆਰੀ ਕਰ ਰਹੇ ਨੇ। ਪਰ ਦੋਸਤੋ ਜਦੋਂ ਇਹ ਗੱਲ ਆਪਾਂ ਸ਼ਰਦ ਪਵਾਰ ਦੀ ਕਰ ਰਹੇ ਤਾਂ ਸ਼ਰਦ ਪਵਾਰ ਇਸ ਸਮੇਂ ਰਾਜ ਸਭਾ ਮੈਂਬਰ ਵੀ ਨੇ ਤੇ NCP ਦੇ ਪ੍ਰਧਾਨ ਵੀ ਨੇ। ਤੇ ਉਹਨਾਂ ਦਾ ਕੁਝ ਸਿਆਸੀ ਜੇ ਆਪਾਂ ਕੈਰੀਅਰ ਦੇਖੀਏ ਕੋਈ ਛੋਟਾ ਨਹੀਂ ਹੈ। 5 ਦਹਾਕਿਆਂ ਤੋਂ ਵੱਧ ਸਮਾਂ ਉਹਨਾਂ ਨੇ ਜਿਹੜਾ ਦੇਸ਼ ਦੀ ਸਿਆਸਤ ਵਿੱਚ ਕੱਢਿਆ। ਉਹ ਵੀ ਜਿਹੜੇ ਦੇਸ਼ ਦੀ ਸਿਆਸਤ ਦੇ ਸੀਨੀਅਰ ਆਗੂਆਂ ਦੇ ਵਿੱਚੋਂ ਇੱਕ ਸ਼ਾਮਲ ਨੇ, ਕਿਉਂਕਿ ਉਹਨਾਂ ਨੇ ਵਿਦਿਆਰਥੀ ਜੀਵਨ ਤੋਂ ਹੀ ਜਿਹੜਾ ਹੈਗਾ ਰਾਜਨੀਤੀ ਸ਼ੁਰੂ ਕਰ ਦਿੱਤੀ ਸੀ ਤੇ ਹੌਲੀ ਹੌਲੀ ਅੱਗੇ ਵੱਧਦੇ ਗਏ। ਤੇ ਇਸੇ ਦੌਰਾਨ ਜਿਹੜਾ ਹੈਗਾ 1958 'ਚੋਂ ਯੂਥ ਕਾਂਗਰਸ 'ਚ ਆਉਂਦੇ ਨੇ, ਫਿਰ ਕਾਂਗਰਸ ਪਾਰਟੀ ਦੀ ਅਗਵਾਈ ਕਰਦੇ ਨੇ, ਕਾਂਗਰਸ 'ਚ ਐਕਟਿਵਲੀ ਪਾਰਟੀਸਪੇਟ ਕਰਦੇ ਨੇ। ਤੇ ਆਖਿਰਕਾਰ ਆ ਕੇ ਕਿਸੇ ਕਾਰਨਾਂ ਤੋਂ ਉਹਨਾਂ ਦੀ ਜਿਹੜਾ ਕਾਂਗਰਸ ਨਾਲ ਤੋੜ ਵਿਛੋੜਾ ਹੁੰਦਾ ਹੈ ਤੇ ਉਹ 1999 'ਚ ਜਾ ਕੇ NCP ਦਾ ਗਠਨ ਕਰਦੇ ਨੇ। ਤੇ ਉਦੋਂ ਤੋਂ ਹੁਣ ਤੱਕ ਲਗਾਤਾਰ ਜਿਹੜਾ ਉਹ NCP ਦੀ ਅਗਵਾਈ ਕਰਦੇ ਆ ਰਹੇ ਨੇ। ਤੇ ਉਹਨਾਂ ਨੇ ਆਪਣੇ ਸਿਆਸੀ ਜੀਵਨ 'ਚ ਜਿਵੇਂ ਕਿ ਆਪਾਂ ਦੱਸਿਆ ਵੀ ਕਿ 5 ਦਹਾਕਿਆਂ ਦੇ ਕਰੀਬ ਉਹਨਾਂ ਦਾ ਸਿਆਸੀ ਜੀਵਨ ਰਿਹਾ। ਤੇ ਉਹਨਾਂ ਨੇ ਇਸ 5 ਦਹਾਕਿਆਂ ਦੇ ਦੌਰਾਨ ਉਹ 4 ਵਾਰ ਮੁੱਖ ਮੰਤਰੀ ਰਹੇ ਨੇ ਤੇ 2 ਵਾਰ ਕੇਂਦਰੀ ਵਜ਼ੀਰ ਵੀ ਰਹੇ ਨੇ। ਇਸ ਤੋਂ ਇਲਾਵਾ ਉਹ ਕ੍ਰਿਕਟ ਬੋਰਡ ਦੇ ਪ੍ਰਧਾਨ ਰਹੇ ਨੇ ਤੇ ਹੋਰ ਵੀ ਇਸ ਤਰ੍ਹਾਂ ਜਿਹੜਾ ਹੈਗਾ ਕਈ ਸੀਨੀਅਰ ਪੋਸਟਾਂ 'ਤੇ ਰਹਿ ਕੇ ਉਹਨਾਂ ਨੇ ਲੰਬਾ ਸਮਾਂ ਜਿਹੜਾ ਹੈਗਾ ਦੇਸ਼ ਦੀ ਸੇਵਾ ਕੀਤੀ ਹੈ। ਤੇ ਇਸ ਦੌਰਾਨ ਜਿਹੜਾ ਹੈਗਾ ਉਹਨਾਂ ਸਿਆਸੀ ਜੀਵਨ 'ਚ ਵਧੇਰੇ ਉਤਾਰ ਚੜ੍ਹਾਅ ਵੀ ਦੇਖੇ ਨੇ। ਪਰ ਅੱਜ ਦੇ ਸਮੇਂ ਉਹਨਾਂ ਦਾ NCP ਤੋਂ ਲਾਂਭੇ ਹੋਣਾ ਜਾਂ NCP ਨੂੰ ਛੱਡਣਾ ਜਾਂ ਰਾਜਨੀਤੀ ਤੋਂ ਪਾਸੇ ਹੋਣਾ ਕਈ ਤਰ੍ਹਾਂ ਦੇ ਸਵਾਲ ਖੜੇ ਕਰਦਾ ਹੈ, ਕਈ ਤਰ੍ਹਾਂ ਦੀ ਦਿੱਕਤਾਂ ਪਰੇਸ਼ਾਨੀਆਂ ਜਿਹੜੀਆਂ ਹੈਗੀਆਂ ਸਿਆਸਤ 'ਚ ਖੜੀ ਕਰ ਸਕਦਾ ਹੈ। ਕਿਉਂਕਿ ਉਹਨਾਂ ਦੇ ਸਿਆਸਤ ਤੋਂ ਲਾਂਭੇ ਹੋਣ ਨਾਲ ਜਿਹੜਾ ਹੈਗਾ ਇਹ ਕੋਈ ਉਹਨਾਂ ਦੀ NCP ਪਾਰਟੀ 'ਤੇ ਹੀ ਨਹੀਂ ਬਲਕਿ ਦੇਸ਼ ਦੀ ਸਿਆਸਤ 'ਤੇ ਵੀ ਇਸ ਦਾ ਅਸਰ ਦੇਖਣ ਨੂੰ ਮਿਲ ਸਕਦਾ, ਕਿਉਂਕਿ ਅਗਲੇ ਸਾਲ ਦੇਸ਼ ਦੇ ਵਿੱਚ 2024 'ਚ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਨੇ। ਤੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਉਹਨਾਂ ਦਾ ਪਾਰਟੀ ਛੱਡਣਾ ਜਿਹੜਾ ਹੈਗਾ ਬਹੁਤ ਹੀ ਵੱਡਾ ਅਤੇ ਵਿਚਾਰਨਯੋਗ ਮਸਲਾ ਹੈ, ਕਿਉਂਕਿ ਇਸ ਸਮੇਂ ਜਦੋਂ ਦੇਸ਼ ਦੇ ਵਿੱਚ ਭਾਰਤੀ ਜਨਤਾ ਪਾਰਟੀ ਮਜ਼ਬੂਤੀ ਨਾਲ ਅੱਗੇ ਵੱਧ ਰਹੀ ਹੈ। 2014 'ਚ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ 'ਚ ਭਾਜਪਾ ਕਾਬਜ਼ ਹੋਈ ਸੀ ਤੇ 2014 ਤੋਂ ਬਾਅਦ 2019 ਇਹਨਾਂ ਦੋਵੇਂ ਚੋਣਾਂ 'ਚ ਜਿਵੇਂ ਭਾਜਪਾ ਨੇ ਇੱਕ ਵੱਡੀ ਜਿੱਤ ਪ੍ਰਾਪਤ ਕੀਤੀ ਹੈ, ਉਸ ਤੋਂ ਪਤਾ ਲੱਗਦਾ ਹੈ ਵੀ ਕਿ ਭਾਜਪਾ ਕਿਵੇਂ ਤੇਜ਼ੀ ਨਾਲ ਦੇਸ਼ 'ਚ ਅੱਗੇ ਵੱਧ ਰਹੀ ਹੈ। ਤੇ ਜੋ ਰਾਜਨੀਤਿਕ ਮਾਹਰ ਵੀ ਇਸ ਸਮੇਂ ਦੇਸ਼ ਦੇ ਰਾਜਨੀਤਿਕ ਹਾਲਾਤ ਨੂੰ ਦੇਖਦੇ ਹੋਏ ਦੱਸ ਰਹੇ ਨੇ ਤਾਂ ਉਹ ਵੀ ਇਹੀ ਗੱਲ ਕਹਿ ਰਹੇ ਨੇ ਵੀ ਕਿ 2024 'ਚ ਵੀ ਜਿਹੜਾ ਹੈਗਾ ਭਾਜਪਾ ਦੀ ਇਸ ਤੂਫਾਨ ਨੂੰ ਜਾਂ ਇਸ ਅੰਧੇਰੀ ਨੂੰ ਜਿਹੜਾ ਹੈਗਾ ਕੋਈ ਰੋਕ ਨਹੀਂ ਸਕਦਾ। ਉਹ ਇਸੇ ਤਰ੍ਹਾਂ ਜਿਹੜਾ ਹੈਗਾ ਸਰਕਾਰ ਬਣਾ ਸਕਦੇ ਨੇ। ਪਰ ਦੋਸਤੋ ਦੂਜੇ ਪਾਸੇ ਦੇਖੀਏ ਤਾਂ ਦੇਸ਼ ਦੇ ਵਿੱਚ ਵਿਰੋਧੀ ਧਿਰ ਮਜ਼ਬੂਤ ਨਾ ਹੋਣ ਕਰਕੇ ਵੀ ਕਿਤੇ ਨਾ ਕਿਤੇ ਭਾਜਪਾ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ। ਤਾਂ ਪਿਛਲੇ ਸਮੇਂ ਵੀ ਦੇ ਵਿੱਚ ਜਿਹੜਾ ਹੈਗਾ ਓਮ ਪ੍ਰਕਾਸ਼ ਚੌਟਾਲਾ ਵੱਲੋਂ ਕਹਿ ਲਈਏ ਜਾਂ ਸ਼ਰਦ ਪਵਾਰ ਵਰਗੇ ਸੀਨੀਅਰ ਆਗੂਆਂ ਵੱਲੋਂ ਗੈਰ ਭਾਜਪਾਈ ਸਿਆਸੀ ਪਾਰਟੀਆਂ ਨੂੰ ਜਿਹੜਾ ਹੈਗਾ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ ਗਈ ਵੀ ਕਿ ਗੈਰ ਭਾਜਪਾਈ ਪਾਰਟੀਆਂ ਨੂੰ ਇਕੱਠੇ ਕੀਤਾ ਜਾਵੇ ਤਾਂ ਜੋ 2024 ਦੀਆਂ ਚੋਣਾਂ ਵਿੱਚ
ਭਾਜਪਾ ਦਾ ਸਾਹਮਣਾ ਕੀਤਾ ਜਾਵੇ, ਭਾਜਪਾ ਨੂੰ ਪੁਰਜੋੜ ਜਿਹੜੀ ਹੈਗੀ ਟੱਕਰ ਦਿੱਤੀ ਜਾਵੇ। ਤੇ ਇਹੋ ਜਿਹੇ ਹਾਲਾਤ 'ਚ ਕਈ ਮੀਟਿੰਗਾਂ ਵੀ ਹੋਈਆਂ, ਚਾਹੇ ਓਮ ਪ੍ਰਕਾਸ਼ ਚੌਟਾਲਾ ਗੱਲ ਕਰ ਲਈਏ, ਬਹੁਤ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਮਿਲ ਕੇ ਆਏ ਨੇ। ਉੱਧਰ ਹੀ ਸ਼ਰਦ ਪਵਾਰ ਵੀ ਕਿਤੇ ਨਾ ਕਿਤੇ ਇਸ ਤਰ੍ਹਾਂ ਦੀ ਰਣਨੀਤੀ ਦੇ ਵਿੱਚ ਤੀਜਾ ਫਰੰਟ ਬਣਾਉਣ ਦੀ ਤਿਆਰੀਆਂ ਕਰ ਰਹੇ ਸੀ। ਤੇ ਜੇਕਰ ਇਹੋ ਜਿਹੇ ਹਾਲਾਤ ਦੇ ਵਿੱਚ ਉਹ ਰਾਜਨੀਤੀ ਤੋਂ ਲਾਂਭੇ ਹੁੰਦੇ ਨੇ ਤਾਂ ਇਸ ਦਾ ਅਸਰ ਉਸ ਤੀਜੇ ਫਰੰਟ 'ਤੇ ਵੀ ਪੈਂਦਾ, ਜੋ ਕਿ ਭਾਜਪਾ ਨੂੰ ਘੇਰਨ ਲਈ ਬਣਾਇਆ ਜਾ ਰਿਹਾ ਸੀ। ਕਿਉਂਕਿ ਸ਼ਰਦ ਪਵਾਰ ਵਰਗੇ ਸੀਨੀਅਰ ਆਗੂ ਕੋਈ ਛੋਟੇ ਨਹੀਂ ਹੈ, ਇਹਨਾਂ ਨੇ 5 ਦਹਾਕਿਆਂ ਤੋਂ ਲੰਬਾ ਸਮਾਂ ਦੇਸ਼ 'ਚ ਸਿਆਸਤ ਕੀਤੀ ਹੈ। ਤਾਂ ਉੱਥੇ ਹੀ ਕਾਂਗਰਸ ਪਾਰਟੀ ਦੇ ਕਈ ਸੀਨੀਅਰ ਆਗੂਆਂ ਨੂੰ ਇਹ ਪਾਰਟੀ ਵਿੱਚ ਰਹਿ ਕੇ ਵੀ ਜਿਹੜਾ ਹੈਗਾ ਆਪਣੇ ਕੰਮਕਾਜ ਰਾਹੀਂ ਟੱਕਰ ਦਿੰਦੇ ਆਏ ਨੇ। ਕਿਉਂਕਿ ਰਾਜੀਵ ਗਾਂਧੀ ਤੋਂ ਬਾਅਦ ਵੀ ਇਹਨਾਂ ਨੇ ਕਿਤੇ ਨਾ ਕਿਤੇ ਮਨ 'ਚ ਸੀਗਾ ਵੀ ਕਿ ਅਗਲੇ ਪ੍ਰਧਾਨ ਮੰਤਰੀ ਦੇ ਦਾਅਵੇਦਾਰ ਹੋ ਸਕਦੇ ਨੇ, ਤੇ ਇਹਨਾਂ ਨੇ ਦਾਅਵੇਦਾਰੀ ਵੀ ਠੋਕੀ ਸੀ। ਭਾਵੇਂ ਕਿ ਇਹਨਾਂ ਨੂੰ ਉਸ ਸਮੇਂ ਪ੍ਰਧਾਨ ਮੰਤਰੀ ਨਹੀਂ ਬਣਾਇਆ ਗਿਆ, ਪਰ ਉਸ ਤੋਂ ਪਤਾ ਲੱਗਦਾ ਵੀ ਕਿ ਜੇਕਰ ਇਹ ਰਾਜੀਵ ਗਾਂਧੀ ਤੋਂ ਬਾਅਦ ਆਪਣੇ ਆਪ ਨੂੰ ਪ੍ਰਧਾਨ ਮੰਤਰੀ ਦਾ ਦਾਅਵੇਦਾਰ ਦੱਸ ਸਕਦੇ ਨੇ ਤਾਂ ਇਹਨਾਂ ਦਾ ਪਾਰਟੀ ਵਿੱਚ ਕੱਦ ਕਿੰਨਾ ਵੱਡਾ ਹੋਵੇਗਾ, ਕਿਸ ਹਿਸਾਬ ਸਿਰ ਹੋਵੇਗਾ। ਤੇ ਇੰਨੇ ਸੀਨੀਅਰ ਲੀਡਰ ਦੀ ਜੇਕਰ ਅੱਜ ਜਦੋਂ ਗੱਲ ਤੀਜੇ ਫਰੰਟ ਦੀ ਹੋ ਰਹੀ ਹੋਵੇ ਕਿ ਤੀਜਾ ਫਰੰਟ ਬਣਾਇਆ ਜਾਵੇ, ਇਹੋ ਜਿਹੇ ਸਿਆਸੀ ਲੀਡਰ ਜੋ ਕਿ ਸਾਰੀਆਂ ਖੇਤਰੀ ਪਾਰਟੀਆਂ ਨੂੰ ਇਕੱਠਾ ਕਰਨ ਦਾ ਦਮ ਰੱਖਦੇ ਨੇ, ਇੱਕ ਰਣਨੀਤੀ ਤਿਆਰ ਕਰਨ ਦੇ ਜਿਹੜਾ ਹੌਸਲਾ ਰੱਖਦੇ ਨੇ, ਤੇ ਇਹਨਾਂ ਦੀ ਬਣਾਈ ਰਣਨੀਤੀ ਕਦੇ ਵੀ ਅੱਜ ਤੱਕ ਫੇਲ ਹੁੰਦੀ ਦਿਖਾਈ ਨਹੀਂ ਦਿੱਤੀ। ਉਸ 'ਚ ਕੋਈ ਨਾ ਕੋਈ ਪੈਂਥੜਾ ਇਹੋ ਜਿਹੇ ਖੇਡਦੇ ਹੁੰਦੇ ਸੀ ਵੀ ਕਿ ਉਹ ਬੜੀ ਮਜ਼ਬੂਤੀ ਨਾਲ ਅੱਗੇ ਵੱਧਦੀ ਸੀ, ਸਾਰਾ ਕੁਝ ਹੁੰਦਾ ਸੀ ਤੇ ਉਹ ਕਾਮਯਾਬ ਰਹਿੰਦੇ ਸੀ। ਤੇ ਇਹੋ ਜਿਹੇ ਹਾਲਾਤ 'ਚ ਜੇਕਰ ਸ਼ਰਦ ਪਵਾਰ NCP ਤੋਂ ਲਾਂਭੇ ਹੁੰਦੇ ਨੇ, NCP ਨੂੰ ਛੱਡਦੇ ਨੇ, ਤਾਂ ਇਸ ਦਾ ਮਤਲਬ ਉਹ ਰਾਜਨੀਤੀ 'ਚੋਂ ਲਾਂਭੇ ਹੁੰਦੇ ਨੇ, ਤਾਂ ਇਸ ਦਾ ਅਸਰ 2024 ਦੀਆਂ ਚੋਣਾਂ 'ਤੇ ਵੀ ਦੇਖਣ ਨੂੰ ਮਿਲੇਗਾ। ਇਸ ਲਈ ਲੋੜ ਇਹੀ ਹੈ ਵੀ ਕਿ ਜਿਵੇਂ ਉਹਨਾਂ ਦੇ ਪਾਰਟੀ ਆਗੂ ਕਹਿ ਰਹੇ ਨੇ ਵੀ ਕਿ ਉਹ ਪਾਰਟੀ ਨਾ ਛੱਡਣ, ਉਹ ਪ੍ਰਧਾਨਗੀ ਕਰਦੇ ਆਏ ਨੇ ਹੁਣ ਤੱਕ, ਅੱਗੇ ਵੀ ਪ੍ਰਧਾਨਗੀ ਕਰਨ, ਤਾਂ ਉਹਨਾਂ ਨੂੰ ਇਹ ਪ੍ਰਧਾਨਗੀ ਜਾਰੀ ਰੱਖਣੀ ਚਾਹੀਦੀ ਹੈ। ਕਿਉਂਕਿ ਸ਼ਰਦ ਪਵਾਰ, ਓਮ ਪ੍ਰਕਾਸ਼ ਚੌਟਾਲਾ, ਚਾਹੇ ਮਮਤਾ ਬੈਨਰਜੀ ਦੀ ਗੱਲ ਕਰ ਲਈਏ, ਚਾਹੇ ਅਰਵਿੰਦ ਕੇਜਰੀਵਾਲ ਦੀ ਗੱਲ ਕਰ ਲਈਏ, ਇਸ ਤਰ੍ਹਾਂ ਜਿੰਨੇ ਵੱਡੇ ਸਿਆਸੀ ਆਗੂ ਨੇ ਇਹ ਕਿਤੇ ਨਾ ਕਿਤੇ ਭਾਜਪਾ ਦੇ ਵਿਰੁੱਧ ਇਕੱਠੇ ਹੋਣ ਦੀਆਂ ਤਿਆਰੀਆਂ ਕਰਦੇ ਰਹੇ ਨੇ, ਭਾਜਪਾ ਵਿਰੁੱਧ ਇਕੱਠੇ ਹੋ ਸਕਦੇ ਨੇ। ਭਾਵੇਂ ਕਿ ਅਧਿਕਾਰਤ ਤੌਰ 'ਤੇ ਕਿਸੇ ਨੇ ਹਾਲੇ ਤੱਕ ਪੁਸ਼ਟੀ ਨਹੀਂ ਕੀਤੀ, ਬਲਕਿ ਅਰਵਿੰਦ ਕੇਜਰੀਵਾਲ ਤਾਂ ਹੁਣ ਤੱਕ ਇਹੀ ਕਹਿੰਦੇ ਆਏ ਨੇ ਵੀ ਕਿ ਉਹ ਕਿਸੇ ਵੀ ਰਾਜਨੀਤਿਕ ਪਾਰਟੀ ਨਾਲ ਗੱਠਜੋੜ ਨਹੀਂ ਕਰਨਗੇ। ਪਰ ਜੋ ਰਾਜਨੀਤਿਕ ਹਾਲਾਤ ਦੇਸ਼ 'ਚ ਬਣ ਰਹੇ ਨੇ, ਤਾਂ ਇਹੋ ਜਿਹੇ ਹਾਲਾਤਾਂ ਦੇ ਵਿੱਚ ਲੱਗਦਾ ਨਹੀਂ ਵੀ ਕਿ ਕੋਈ ਵੀ ਇਕੱਲੀ ਪਾਰਟੀ, ਭਾਵੇਂ ਕਿ ਕਾਂਗਰਸ ਹੋਵੇ, ਉਹ ਭਾਜਪਾ ਨੂੰ ਘੇਰ ਸਕਦੀ ਹੈ, ਭਾਜਪਾ ਦਾ ਮੁਕਾਬਲਾ ਕਰ ਸਕਦੀ ਹੈ। ਤਾਂ ਭਾਜਪਾ ਦੇ ਇਸ ਜਿਹੜੀ ਲਗਾਤਾਰ ਤੇਜ਼ੀ ਨਾਲ ਕਸ਼ਤੀ ਅੱਗੇ ਚੱਲ ਰਹੀ ਹੈ, ਉਸ ਨੂੰ ਰੋਕਣ ਲਈ ਕਿਤੇ ਨਾ ਕਿਤੇ ਇਹੋ ਜਿਹੀ ਖੇਤਰੀ ਪਾਰਟੀਆਂ ਨੂੰ ਇਕੱਠੇ ਹੋਣ ਦੀ ਲੋੜ ਹੈ, ਉਹਨਾਂ ਨੂੰ ਇਕੱਠੇ ਹੋ ਕੇ ਇੱਕ ਰਣਨੀਤੀ ਬਣਾਉਣ ਦੀ ਲੋੜ ਹੈ। ਅਤੇ ਜੇਕਰ ਇਹੋ ਜਿਹੇ ਸਮੇਂ ਦੇ ਵਿੱਚ ਸ਼ਰਦ ਪਵਾਰ ਵਰਗੇ ਸਾਈਡ 'ਤੇ ਹੁੰਦੇ ਨੇ ਤਾਂ ਕਿਤੇ ਨਾ ਕਿਤੇ ਜਿਹੜਾ ਥਰਡ ਫਰੰਟ ਦਾ ਇੱਕ ਰਾਹ ਤਿਆਰ ਹੋ ਰਿਹਾ ਸੀ, ਜਿਸ 'ਚ ਗੈਰ ਭਾਜਪਾਈ ਸਿਆਸੀ ਧਿਰਾਂ ਇਕੱਠੀਆਂ ਹੋ ਰਹੀਆਂ ਸੀ, ਕਿਤੇ ਨਾ ਕਿਤੇ ਉਸ ਨੂੰ ਇੱਕ ਵੱਡੀ ਢਾਹ ਲੱਗੇਗੀ, ਉਸ 'ਤੇ ਅਸਰ ਦੇਖਣ ਨੂੰ ਮਿਲੇਗਾ। ਇਸ ਲਈ ਲੋੜ ਹੈ ਕਿ ਸ਼ਰਦ ਪਵਾਰ ਵਰਗੇ ਸਿਆਸੀ ਆਗੂ ਜੋ ਕਿ ਅੱਜ ਤੱਕ ਦੇਸ਼ ਦੀ ਸਿਆਸਤ ਵਿੱਚ ਇੱਕ ਵੱਖਰੀ ਕਿਸਮ ਦੀ ਸਿਆਸਤ ਕਰਦੇ ਆਏ ਨੇ, ਇਹ ਰਾਜਨੀਤੀ ਦੇ ਜਿਵੇਂ ਆਪਾਂ ਦੱਸਿਆ ਵੀ ਕਿ ਚਾਣਕਿਆ ਵੀ ਮੰਨੇ ਜਾਂਦੇ ਨੇ, ਭੀਸ਼ਮ ਪਿਤਾਮਾ ਵੀ ਇਹਨਾਂ ਨੂੰ ਕਿਹਾ ਜਾਂਦਾ ਵੀ ਕਿ ਜੇਕਰ ਇਹੋ ਜਿਹੇ ਕਦਾਵਰ ਆਗੂ ਦੇਸ਼ ਦੀ ਸਿਆਸਤ 'ਚੋਂ ਲਾਂਭੇ ਹੁੰਦੇ ਨੇ ਤਾਂ ਕਿਤੇ ਨਾ ਕਿਤੇ ਸਾਡੀ ਦੇਸ਼ ਦੀ ਰਾਜਨੀਤੀ 'ਤੇ ਵੀ ਇਸਦਾ ਅਸਰ ਦੇਖਣ ਨੂੰ ਮਿਲੇਗਾ। ਇਸ ਲਈ ਲੋੜ ਹੈ ਵੀ ਕਿ ਉਹਨਾਂ ਨੂੰ ਇਸ ਬਾਰੇ ਇੱਕ ਵਾਰ ਮੁੜ ਤੋਂ ਵਿਚਾਰ ਕਰਨ ਦੀ ਲੋੜ ਹੈ, ਜਿਵੇਂ ਕਿ ਉਹਨਾਂ ਦੇ ਪਾਰਟੀ ਆਗੂ ਵੀ ਕਹਿ ਰਹੇ ਨੇ, ਤਾਂ ਜੋ 24 ਦੀਆਂ ਚੋਣਾਂ ਤੋਂ ਪਹਿਲਾਂ ਕਿਤੇ ਕੋਈ ਨਾ ਕੋਈ ਜਿਹੜਾ ਤੀਜੇ ਫਰੰਟ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਉਸ ਦਾ ਕੋਈ ਰੰਗ ਰੂਪ ਦੇਖਣ ਨੂੰ ਮਿਲੇ, ਕੋਈ ਰੰਗ ਰੂਪ ਤਿਆਰ ਹੁੰਦਾ ਦਿਖਾਈ ਦੇਵੇ। ਹੋਵੇਗਾ ਕਿ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਪਰ ਇੱਕ ਚੀਜ਼ ਸਪਸ਼ਟ ਹੈ ਵੀ ਕਿ ਸ਼ਰਦ ਪਵਾਰ ਦੇ ਇੱਕਦਮ ਜਿਹੜਾ ਉਹਨਾਂ ਨੇ ਇਹ ਫੈਸਲਾ ਲਿਆ, ਉਸਨੇ ਜਿਹੜਾ ਹੈਗਾ ਦੇਸ਼ ਦੀ ਰਾਜਨੀਤੀ 'ਚ ਇੱਕ ਉਥਲ ਪੁਥਲ ਜ਼ਰੂਰ ਖੜੀ ਕਰ ਦਿੱਤੀ, ਪੈਦਾ ਕਰ ਦਿੱਤੀ ਹੈ ਵੀ ਕਿ ਇੱਕਦਮ ਉਹਨਾਂ ਦੇ ਫੈਸਲੇ ਦਾ ਦੇਸ਼ ਦੀ ਰਾਜਨੀਤੀ 'ਤੇ ਕੋਈ ਨਾ ਕੋਈ ਅਸਰ ਦੇਖਣ ਨੂੰ ਜ਼ਰੂਰ ਮਿਲ ਸਕਦਾ। ਪਰ ਕੀ ਹੋਵੇਗਾ, ਉਸ ਦਾ ਕੀ ਅਸਰ ਪਵੇਗਾ, ਇਹ ਤਾਂ ਸਮਾਂ ਹੀ ਦੱਸੇਗਾ। ਪਰ ਪੰਜਾਬੀ ਟ੍ਰਿਬਿਊਨ ਤੁਹਾਡੇ ਤੱਕ ਲਗਾਤਾਰ ਇਹੋ ਜਿਹੇ ਜਨਤਕ ਮੁੱਦਿਆਂ ਨੂੰ, ਲੋਕਾਂ ਦੀਆਂ ਸਮੱਸਿਆਵਾਂ ਨੂੰ ਤੁਹਾਡੇ ਅੱਗੇ ਰੱਖਦਾ ਰਹੇਗਾ, ਤੁਹਾਡੇ ਅੱਗੇ ਉਭਾਰਦਾ ਰਹੇਗਾ। ਅਤੇ ਕੱਲ੍ਹ ਨੂੰ ਫਿਰ ਇਸੇ ਸਮੇਂ ਇੱਕ ਨਵੇਂ ਮੁੱਦੇ 'ਤੇ ਗੱਲਬਾਤ ਕਰਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।